ਆਓ ਇੱਥੇ ਹੁਣ ਸਮਾਪਤੀ ਹੈ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਤੋਂ ਉਪਰੰਤ ਨਾਮ ਸਿਮਰਨ ਜਾਪ ਹੋਇਆ, 5 ਬਾਣੀਆਂ ਦਾ ਨਿਤਨੇਮ ਹੋਏ। ਆਓ ਹੁਣ ਕੁਝ ਸਮੇਂ ਵਾਸਤੇ ਆਪ ਜੀ ਕਥਾ ਵਿਚਾਰ ਸਰਵਣ ਕਰਦੇ ਹਾਂ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਆਪਣੀ ਸ਼ਰਨ ਰਾਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨ ਵਿਰਲੇ ਜਾਤੇ। ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸਹਿ ਮੇਰੇ ਚੀਤਾ। ਨਾਨਕ ਏਕ ਕਰੈ ਅਰਦਾਸ, ਵਿਸਰ ਨਾਹੀ ਪੂਰਨ ਗੁਣਤਾਸ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹੋ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਉ। ਜਿਸ ਪਾਸ ਬੈਠਿਆ ਸੋਹੀ ਹੈ, ਸਭਨਾ ਦਾ ਵਿਸਾਹੁ। ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪਰਗਾਸਾ। ਕੋਇ ਨ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪਰਗਾਸਾ। ਕੋਇ ਨ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ। ਘਰ ਆਨੰਦ ਹਮਾਰੈ, ਰਹਾਉ ਅੰਤਰਜਾਮੀ ਕਰਨੈ ਹਾਰਾ। ਸੋਈ ਖਸਮ ਹਮਾਰਾ, ਨਿਰਭਉ ਪਏ ਗੁਰ ਚਰਣੀ ਲਾਗੇ। ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ। ਹੈ ਭੀ ਹੋਵਨ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ। ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ। ਕਾਰਜ ਆਇਆ ਰਾਸੇ, ਨਾਨਕ ਕੋ ਗੁਰ ਪੂਰਾ ਭੇਟਿਓ। ਸਗਲੇ ਦੁਖ ਬਿਨਾਸੇ, ਵੱਡੀ ਵਡਿਆਈ ਅਚਰਜ ਸੋਭਾ। ਕਾਰਜ ਆਇਆ ਰਾਸੇ,
ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਸੱਚੇ ਪਾਤਸ਼ਾਹ ਜੀ ਦਿਲਾਂ ਦੀਆਂ ਜਾਣਨ ਵਾਲੇ ਅੰਤਰਜਾਮੀ, ਜੋ ਕਿ ਬਿਨ ਬੋਲਿਆਂ ਸਭ ਕੁਛ ਜਾਣਦਾ। ਤਿਸ ਆਗਿਆ ਕੀਚੈ ਅਰਦਾਸ, ਘਟ ਘਟ ਕੇ ਅੰਤਰ ਕੀ ਜਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਅੰਤਰਜਾਮੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਆਉਣ ਕਰਕੇ ਗੁਰਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਅਤੇ ਗੁਰੂ ਸਾਡੀਆਂ ਦਿਲਾਂ ਦੀਆਂ ਜਾਣਨ ਵਾਲਾ ਹੈ। ਉਹ ਸਾਡੇ ਦਿਲਾਂ ਦੇ ਫੁਰਨਿਆਂ ਨੂੰ ਜਾਣਦਾ ਹੈ ਕਿ ਕਿਸ ਦੇ ਅੰਦਰ ਕੀ ਵਰਤ ਰਿਹਾ, ਕਿਹੜੇ ਫੁਰਨੇ ਚੱਲ ਰਹੇ ਹਨ ਅਤੇ ਇਹ ਗੁਰਸਿੱਖ ਦੀ ਭਾਵਨਾ ਕੀ ਹੈ। ਇਹ ਵਾਹਿਗੁਰੂ ਪਰਮਾਤਮਾ ਅਤੇ ਗੁਰੂ ਸਾਹਿਬ ਜੀ ਅੰਤਰਜਾਮੀ ਨੇ, ਜੋ ਸਾਡੇ ਦਿਲ ਦੇ ਵਿੱਚ ਗੱਲ ਚੱਲ ਰਹੀ ਹੈ, ਫੁਰਨਾ ਚੱਲ ਰਿਹਾ ਹੈ। ਜਦੋਂ ਗੁਰਸਿੱਖ ਭਾਵਨਾ ਬਣਾਉਂਦਾ ਹੈ ਕਿ ਗੁਰੂ ਅੱਗੇ ਚੱਲ ਕੇ ਅਰਦਾਸ ਕਰਨੀ ਹੈ, ਅਤੇ ਗੁਰੂ ਸਾਹਿਬ ਜੀ ਸਾਡੀਆਂ ਦਿਲਾਂ ਦੀਆਂ ਜਾਣਨ ਵਾਲੇ ਨੇ। ਉਹਨਾਂ ਨੂੰ ਸਾਰਾ ਕੁਛ ਪਤਾ ਹੈ। ਜੋ ਅਸੀਂ ਚੰਗਾ ਵੀ ਸੋਚਦੇ ਹਾਂ ਅਤੇ ਮਾੜਾ ਵੀ ਸੋਚਦੇ ਹਾਂ, ਕਿਸੇ ਦਾ ਬੁਰਾ ਸੋਚਦੇ ਹਾਂ, ਉਹ ਵੀ ਸਾਡੇ ਦਿਲਾਂ ਦੀਆਂ ਜਾਣਦਾ ਹੈ। ਅਤੇ ਜੋ ਅਸੀਂ ਚੰਗਾ ਸੋਚਦੇ ਹਾਂ ਉਹ ਵੀ ਜਾਣਦਾ ਹੈ। ਪਰ ਗੁਰੂ ਅੱਗੇ ਜਿਹੜੀ ਅਰਦਾਸ ਹੈ, ਉਹ ਅਰਦਾਸ ਨਿਮਰਤਾ ਵਾਲੀ ਅਰਦਾਸ ਪ੍ਰਵਾਨ ਹੁੰਦੀ ਹੈ। ਜਿਹੜੀ ਹੰਕਾਰ ਵਾਲੀ ਅਰਦਾਸ ਹੈ, ਉਹ ਕਦੇ ਪ੍ਰਵਾਨ ਨਹੀਂ ਹੁੰਦੀ। ਜਿਹਦੇ ਮਨ ਦੇ ਵਿੱਚ ਹੰਕਾਰ ਹੀ ਬੜਾ ਹੈ ਅਤੇ ਹੰਕਾਰੀ ਹੈ, ਅਰਦਾਸਾਂ ਕਰਦਾ, ਪਰ ਉਹਦੀ ਅਰਦਾਸ ਕਦੇ ਪ੍ਰਵਾਨ ਕਦੇ ਵੀ ਨਹੀਂ ਹੁੰਦੀ। ਜਿਹੜਾ ਮੰਨ ਲਓ ਕੋਈ ਦਾਨ ਕਰਦਾ, ਭਾਵ ਕੋਈ ਸੇਵਾ ਕਰ ਦਿੱਤੀ, ਅਤੇ ਉਹ ਫਿਰ ਆਪਣੇ ਆਪ ਨੂੰ ਜਣਾਉਂਦਾ ਕਿ ਮੈਂ ਬਹੁਤ ਸੇਵਾ ਕੀਤੀ ਹੈ ਅਤੇ ਬਹੁਤ ਸੇਵਾ ਕਰਦਾ, ਅਤੇ ਅਰਦਾਸ ਕਰਦਾ, ਪਰ ਉਹ ਅਰਦਾਸ ਜਿਹੜੀ ਹੈ ਪ੍ਰਵਾਨ ਨਹੀਂ ਹੁੰਦੀ। ਹੁਣ ਕਈ ਵਾਰ ਇਹ ਹੁੰਦਾ ਹੈ ਕਿ ਬੰਦੇ ਦਾ ਜਦੋਂ ਅਰਦਾਸ ਦੇ ਵਿੱਚ ਚੰਗੀ ਤਰ੍ਹਾਂ ਨਾਮ ਨਾ ਆਵੇ, ਅਤੇ ਉਹ ਕਈ ਫਿਰ ਨਾਰਾਜ਼ ਵੀ ਹੋ ਜਾਂਦੇ ਨੇ ਵੀ ਮੇਰਾ ਨਾਮ ਕਿਉਂ ਨਹੀਂ ਆਇਆ, ਵੀ ਮੈਂ ਸੇਵਾ ਕੀਤੀ ਹੈ, ਵੀ ਮੇਰਾ ਨਾਂ ਆਉਣਾ ਚਾਹੀਦਾ ਇੰਨੀ ਸੰਗਤ ਦੇ ਵਿੱਚ, ਵੀ ਫਲਾਣੇ ਬੰਦੇ ਨੇ ਗੁਰੂ ਘਰ ਨੂੰ ਇੰਨੀ ਮਾਇਆ ਦਿੱਤੀ ਹੈ। ਕਈ ਬੰਦੇ ਹੈ ਨੇ, ਸਾਰਿਆਂ ਦੀ ਸੋਚ ਤਾਂ ਨਹੀਂ, ਪਰ ਕਈ ਵਿੱਚ ਹੈ ਨੇ ਜਿਨ੍ਹਾਂ ਨੂੰ ਹੁੰਦਾ ਹੈ ਕਿ ਮੇਰਾ ਨਾਂ ਚੰਗੀ ਤਰ੍ਹਾਂ ਭਾਈ ਸਾਹਿਬ ਲੈਣ। ਅਤੇ ਕਈ ਵਾਰ ਫਿਰ ਭਾਈ ਸਾਹਿਬ ਵੀ ਚੰਗਾ ਮਸਾਲਾ ਲਾਉਂਦੇ ਨੇ, ਫਿਰ ਚੰਗਾ ਉਹਦਾ ਨਾਂ ਲੈਣਗੇ ਵੀ ਇੰਨੇ ਪੈਸੇ ਦਿੱਤੇ ਨੇ ਅਤੇ ਕਾਰੋਬਾਰਾਂ ਵਿੱਚ ਵਾਧੇ ਪਾਉਣੇ। ਹੋਰ ਜਾਇਜ਼ ਜਾਇਜ਼ ਠੀਕ ਹੈ, ਪਰ ਕਈ ਵਾਰ ਜ਼ਿਆਦਾ ਹੀ ਹੁੰਦਾ ਵੀ ਉਹਨੂੰ ਜ਼ਿਆਦਾ ਫਿਰ ਵਡਿਆਈ ਉਹ ਹੋਰ ਤਿੜ ਜਾਂਦਾ ਹੈ। ਇਸ ਕਰਕੇ ਜਿਹੜੀ ਹੰਕਾਰ ਵਾਲੀ ਜਿਹੜੀ ਅਰਦਾਸ ਹੈ, ਉਹ ਕਦੇ ਪ੍ਰਵਾਨ ਨਹੀਂ ਹੁੰਦੀ। ਕਈ ਤਾਂ ਇਹੋ ਜਿਹੇ ਵੀ ਇਨਸਾਨ ਨੇ, ਉਹ ਕਿਤੇ ਗੁਰੂ ਘਰ ਨੂੰ ਮਾਇਆ ਦੇ ਕੇ ਵੀ ਫਿਰ ਉਹ ਜਲਾਉਂਦੇ ਆ, ਲੈ ਇਹ ਗੁਰਦੁਆਰਾ ਤਾਂ ਅਸੀਂ ਇੱਥੇ ਸੇਵਾ ਕਰ ਦਿੰਦੇ ਹਾਂ, ਸਾਡੀ ਇੰਨੀ ਮਾਇਆ ਲੱਗੀ, ਅਸੀਂ ਪੈਸੇ ਦਿੰਦੇ ਰਹੇ ਹਾਂ, ਮੈਂ ਸੇਵਾ ਕੀਤੀ ਹੈ, ਮੈਂ
ਪਰ ਉਹ ਜਿਹੜੀ ਹਉਮੈ ਵਾਲੀ ਮੈਂ ਆ ਨਾ, ਉਹ ਨਹੀਂ ਖਤਮ ਹੁੰਦੀ। ਉਹ ਪ੍ਰਵਾਨ ਨਹੀਂ ਹੈਗੀ ਜਿਹੜੀ ਹਉਮੈ ਹੈ। ਹਉਮੈ ਦੀ ਜਿਹੜੀ ਅਰਦਾਸ ਹੈ, ਕਈ ਗੁਰਮੁਖ ਪਿਆਰੇ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੈ, ਉਹ ਕਦੇ ਮਾਣ ਨਹੀਂ ਕਰਦੇ। ਉਹ ਦੇ ਕੇ ਵੀ ਕਹਿੰਦੇ ਨੇ। ਹੁਣ ਇੱਕ ਜੇ ਦਾਤਾ ਹੈ ਅਤੇ ਇੱਕ ਭਿਖਾਰੀ ਹੈ। ਜਿਵੇਂ ਕੋਈ ਭਿਖਾਰੀ ਕਿਸੇ ਮਾਲਕ ਕੋਲੋਂ ਕੋਈ ਵਸਤੂ ਲੈ ਕੇ ਉਹਨੂੰ ਜਣਾਉਣ ਲੱਗ ਜਾਵੇ ਅਤੇ ਉਹ ਬੜੀ ਹਾਸੋਹੀਣੀ ਗੱਲ ਹੁੰਦੀ ਹੈ। ਦੇਖੋ, ਦਾਨ ਦਿੰਦਾ ਉਹ ਪਰਮਾਤਮਾ, ਸਾਰਿਆਂ ਨੂੰ ਉਹਨੇ ਪੈਦਾ ਕੀਤਾ। ਕਿੰਨੀ ਸ੍ਰਿਸ਼ਟੀ ਹੈ, ਕਿੰਨੀ ਦੁਨੀਆ ਉਹਨੇ ਪੈਦਾ ਕਰਕੇ ਉਹ ਸਾਨੂੰ ਦਾਨ ਦੇ ਰਿਹਾ। ਅਸੀਂ ਗੁਰੂ ਨੂੰ ਨਹੀਂ ਦਾਨ ਦੇ ਸਕਦੇ। ਅਸੀਂ ਤਾਂ ਉਹਦੇ ਕੋਲ ਲੈ ਕੇ ਅਤੇ ਫਿਰ ਜਣਾਉਂਦੇ ਹਾਂ ਕਿ ਮਹਾਰਾਜ ਮੈਂ ਸੇਵਾ ਕੀਤੀ। ਕਹਿੰਦੇ ਆਪਾਂ ਕਰਦੇ ਹਾਂ ਨਾ, ਠੀਕ ਹੈ, ਮਰਜ਼ਾਦਾ ਬਣੀ ਹੈ, ਅਰਦਾਸ ਕਰਦੇ ਹਾਂ। ਜੇ ਨਾਂ ਨਹੀਂ ਲੈਂਦੇ ਤਾਂ ਫਿਰ ਕਈ ਨਾਰਾਜ਼ ਹੋ ਜਾਂਦੇ ਨੇ। ਭਾਈਆਂ ਨਾਲ ਵੀ ਕਈ ਗੁੱਸੇ ਹੋ ਜਾਂਦੇ ਨੇ ਵੀ ਬਈ ਤੁਸੀਂ ਸਾਡਾ ਨਾਂ ਨਹੀਂ ਚੰਗੀ ਤਰ੍ਹਾਂ ਲਿਆ। ਵਾਹਿਗੁਰੂ ਨੇ ਸਾਨੂੰ ਸਾਰਾ ਕੁਛ ਦਿੱਤਾ, ਸਾਨੂੰ ਪੈਦਾ ਕੀਤਾ। ਉਹਦਾ ਵੇਖੋ ਕਿੱਡਾ ਵੱਡਾ ਪਰਉਪਕਾਰ ਹੈ। ਪਹਿਲੀ ਤਾਂ ਗੱਲ, ਉਹਨੇ ਸਾਨੂੰ ਇਹ ਸਰੀਰ ਦਿੱਤਾ ਅਤੇ ਇਹਦੇ ਵਿੱਚ ਸਵਾਸ ਪਾਏ ਨੇ, ਕਾਰੋਬਾਰ ਦਿੱਤਾ, ਸਾਰਾ ਕੁਛ ਧਨ ਦੌਲਤ ਦਿੱਤਾ, ਪਰ ਉਹ ਜਣਾਉਂਦਾ ਨਹੀਂ। ਆਪਾਂ ਵਾਹਿਗੁਰੂ ਦਰ 'ਤੇ ਮੰਗਤੇ ਹਾਂ, ਮੰਗ ਕੇ ਫਿਰ ਗੁਰੂ ਅੱਗੇ ਫਿਰ ਚੌੜੇ ਹੋ ਜਾਣਾ, ਗੁਰੂ ਤੋਂ ਲੈ ਕੇ ਅਤੇ ਗੁਰੂ ਨੂੰ ਦੇ ਕੇ ਫਿਰ ਜਣਾਉਣਾ। ਮੈਂ ਤਾਂ ਇੰਨੇ ਪੈਸੇ ਦਿੱਤੇ ਆ ਗੁਰੂ ਘਰ ਨੂੰ, ਮੇਰਾ ਨਾਂ ਕਿਉਂ ਨਹੀਂ ਲਿਆ ਗਿਆ। ਉਹ ਫਿਰ ਇੱਕ ਹਉਮੈ ਆ ਜਾਂਦੀ ਹੈ, ਕਿਉਂਕਿ ਗੁਰੂ ਕੋਲੋਂ ਲੈ ਕੇ ਗੁਰੂ ਨੂੰ ਸੁਣਾਉਣਾ। ਅਤੇ ਫਿਰ ਸਾਧ ਸੰਗਤ, ਗੁਰੂ ਕਦੇ ਖੁਸ਼ ਨਹੀਂ ਹੁੰਦਾ। ਇੱਕ ਭਿਖਾਰੀ ਫਿਰ ਦਾਤੇ ਨੂੰ ਲੈ ਕੇ ਜਣਾਵੇ ਵੀ ਮੈਂ ਤੈਨੂੰ ਇੰਨੇ ਪੈਸੇ ਦੇ ਰਿਹਾ ਹਾਂ, ਦਾਨ ਕਰ ਰਿਹਾ। ਇੱਕ ਗੱਲ ਹੋਰ ਹੈ, ਜਿਹੜਾ ਦਾਨ ਹੁੰਦਾ ਨਾ, ਉਹ ਗੁਰੂ ਨੂੰ ਕਦੇ ਦਾਨ ਨਹੀਂ ਦਿੱਤਾ ਜਾ ਸਕਦਾ। ਗੁਰੂ ਨੂੰ ਤਾਂ ਆਪਾਂ ਸ਼ਰਧਾ ਭਾਵਨਾ ਦੇ ਨਾਲ ਜਿਹੜੀ ਗੁਰੂ ਹੋਈ ਦੀ ਦਿੱਤੀ ਹੋਈ ਜਿਹੜੀ ਮਾਇਆ, ਉਹਨੂੰ ਸਫਲ ਹੀ ਕਰਦੇ ਹਾਂ। ਗੁਰੂ ਨੂੰ ਆਪਾਂ ਦਾਨ ਨਹੀਂ ਦੇ ਸਕਦੇ। ਗੁਰੂ ਸਾਨੂੰ ਦਾਨ ਦੇ ਰਿਹਾ, ਸਾਰੇ ਸੰਸਾਰ ਨੂੰ ਉਹ ਦਾਨ ਦੇ ਰਿਹਾ। ਇਸ ਕਰਕੇ ਜਿਹੜੀ ਅਰਦਾਸ ਹੈ, ਸਤਿਗੁਰੂ ਜੀ ਅੱਗੇ ਅਰਦਾਸ ਕਿਹੜੀ ਕਰਨੀ ਹੈ? ਹਮ ਔਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਕੀਰਤ ਭੱਟ ਜੀ ਨੇ ਅਰਦਾਸ ਕਰਨ ਦਾ ਤਰੀਕਾ ਦੱਸਿਆ ਕਿ ਕਿਵੇਂ ਗੁਰੂ ਅੱਗੇ ਅਰਦਾਸ ਕਰਨੀ ਹੈ। ਨਿਮਰਤਾ ਦੇ ਨਾਲ ਵਾਹਿਗੁਰੂ ਨੂੰ ਕਹਿਣਾ ਕਿ ਸੱਚੇ ਪਾਤਸ਼ਾਹ, ਹਮ ਔਗਣ ਭਰੇ ਏਕ ਗੁਣ ਨਾਹੀ। ਮਹਾਰਾਜ, ਅਸੀਂ ਔਗਣਾਂ ਦੇ ਭਰੇ ਹਾਂ, ਇੱਕ ਵੀ ਗੁਣ ਨਹੀਂ। ਇਹ ਨਹੀਂ ਕਹਿਣਾ ਕਿ ਇਹ ਮਹਾਰਾਜ ਮੈਂ ਤੇਰੇ ਘਰੇ ਇੰਨੀ ਸੇਵਾ ਕੀਤੀ ਹੈ, ਇੰਨਾ ਮੈਂ ਇੰਨੇ ਪੈਸੇ ਦਿੱਤੇ ਆ, ਇੰਨਾ ਦਾਨ ਦਿੱਤਾ ਹੈ, ਇਹ ਮੇਰੇ ਦਿੱਤੇ ਹੋਏ ਪੈਸਿਆਂ ਦੀ ਇੰਨੀ ਸੇਵਾ ਚੱਲੀ ਹੈ ਅਤੇ ਇੱਦਾਂ ਦੇ ਤੂੰ ਸੁਣਾਉਣਾ। ਅਤੇ ਫਿਰ ਉਹ ਕਦੇ ਵੀ ਮਹਾਰਾਜ ਤੇਰੀ ਅਰਦਾਸ ਤੇਰੀ ਕਦੇ ਵੀ ਪ੍ਰਵਾਨ ਨਹੀਂ ਹੋਵੇਗਾ। ਜਾਂ ਤੁਰਿਆ ਫਿਰ ਜਿੰਨੀਆਂ ਮਰਜ਼ੀਆਂ ਤੂੰ ਅਰਦਾਸਾਂ ਕਰ, ਹੰਕਾਰ ਨਹੀਂ ਕਰਨਾ। ਇੱਦਾਂ ਦੀ ਅਰਦਾਸ ਕਰਨੀ ਕਿ ਮਹਾਰਾਜ ਸੱਚੇ ਪਾਤਸ਼ਾਹ, ਤੇਰਾ ਦਿੱਤਾ ਹੋਇਆ ਹੈ, ਸਭ ਕੁਛ ਤੇਰਾ ਹੀ ਹੈ, ਮੇਰਾ ਤਾਂ ਕੁਛ ਨਹੀਂ, ਇਹ ਸਰੀਰ ਵੀ ਤੇਰਾ ਦਿੱਤਾ ਹੋਇਆ। ਹਮ ਔਗਣ ਭਰੇ ਏਕ ਗੁਣ ਨਾਹੀ। ਮੈਂ ਤਾਂ ਔਗਣਾਂ ਦਾ ਭਰਿਆ ਮਹਾਰਾਜ, ਮੇਰੇ ਵਿੱਚ ਇੱਕ ਵੀ ਗੁਣ ਨਹੀਂ, ਅਤੇ ਕਿਰਪਾ ਕਰਕੇ ਬਖਸ਼ ਲੈ ਮੈਨੂੰ। ਮੈਂ ਵਿਸ਼ੇ ਵਿਕਾਰਾਂ ਦੇ ਨਾਲ ਭਰਿਆ ਪਿਆ, ਮੈਂ ਹਉਮੈ ਹੰਕਾਰ ਦੇ ਨਾਲ ਮੇਰਾ ਜਿਹੜਾ ਮਨ ਹੈ ਉਹ ਭਰਿਆ ਪਿਆ ਹੈ। ਕਿਰਪਾ ਕਰ ਕਿ ਸਾਡੇ ਵਿੱਚ ਜਿਹੜੇ ਔਗਣ ਨੇ ਉਹਨਾਂ ਨੂੰ ਬਾਹਰ ਕੱਢ ਕੇ ਸਾਡੇ ਹਿਰਦੇ ਵਿੱਚ
ਨਾਮ ਵਸਾ। ਅਤੇ ਨਿਮਰਤਾ ਦੇ ਨਾਲ, ਵਿਰਾਗ ਦੇ ਨਾਲ ਜੇ ਗੁਰੂ ਅੱਗੇ ਅਰਦਾਸ ਕੀਤੀ ਹੋਵੇਗੀ ਤਾਂ ਉਹ ਪੂਰੀ ਹੋਵੇਗੀ। ਕੀਰਤ ਭੱਟ ਨੇ ਬੜੀ ਵਧੀਆ ਇਹ ਗੱਲ ਸਮਝਾਈ ਹੈ। ਸੱਚੇ ਪਾਤਸ਼ਾਹ ਜੀ ਦੇ ਅੱਗੇ ਵੀ ਅਰਦਾਸ ਇਉਂ ਕਰਨੀ ਹੈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਗੁਰੂ ਰਾਮਦਾਸ ਮਹਾਰਾਜ ਅੱਗੇ ਕੀਰਤ ਭੱਟ ਜੀ ਨੇ ਕਿੰਨੀ ਵਧੀਆ, ਕਿੰਨੇ ਤਰੀਕੇ ਦੇ ਨਾਲ ਇਹ ਅਰਦਾਸ ਕਰਨ ਦਾ ਤਰੀਕਾ ਦੱਸਿਆ। ਜੇਤਾ ਸਮੁੰਦ ਸਾਗਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਹੇ ਮਹਾਰਾਜ, ਅਸੀਂ ਔਗਣਾਂ ਦੇ ਭਰੇ ਪਏ ਹਾਂ, ਅਸੀਂ ਵਿਸ਼ੇ ਵਿਕਾਰਾਂ ਦੇ ਨਾਲ ਭਰੇ ਹਾਂ। ਤੁਹਾਡੇ ਅੱਗੇ ਸਾਡੀ ਅਰਦਾਸ ਹੈ ਬੜੀ ਨਿਮਰਤਾ ਦੇ ਨਾਲ। ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਇਹ ਮਹਾਰਾਜ, ਮੇਰੀ ਇਹ ਅਰਦਾਸ ਹੈ ਤੇਰੇ ਚਰਨਾਂ ਦੇ ਵਿੱਚ। ਵਿਸਰ ਨਾਹੀਂ ਦਾਤਾਰ, ਹੈ ਦਾਤਾਰ ਪਾਤਸ਼ਾਹ ਜੀ, ਤੇਰਾ ਜਿਹੜਾ ਨਾਮ ਹੈ ਉਹ ਮੈਨੂੰ ਕਦੇ ਵਿਸਰੇ ਨਾ। ਆਪਣਾ ਨਾਮ ਕਿਰਪਾ ਕਰਕੇ ਮੈਨੂੰ ਮੇਰੀ ਝੋਲੀ ਵਿੱਚ ਆਪਣਾ ਨਾਮ ਬਖਸ਼ ਦੇ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ। ਮਹਾਰਾਜ ਕਿਰਪਾ ਕਰੋ, ਮੈਂ ਤੇਰੇ ਜਿਹੜੇ ਗੁਣ ਨੇ ਦਿਨ ਰਾਤ ਗਾਉਂਦਾ ਰਹਾਂ। ਮੇਰੀ ਝੋਲੀ ਵਿੱਚ ਇਹ ਦਾਤ ਪਾ ਦਿਓ। ਜੇ ਇੱਦਾਂ ਅਰਦਾਸ ਨਿਮਰਤਾ ਦੇ ਸਹਿਤ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹੋਵੇਗੀ ਅਤੇ ਫਿਰ ਅਰਦਾਸ ਪ੍ਰਵਾਨ ਹੋਏਗੀ। ਵੈਸੇ ਤਾਂ ਜਿਹੜੀ ਅਰਦਾਸ ਹੈ ਉਹ ਤਾਂ ਜਦੋਂ ਬੰਦਾ ਨਾਮ ਮੰਗ ਲੈਂਦਾ ਨਾ, ਚੜ੍ਹਦੀ ਕਲਾ। ਅਤੇ ਇੱਕ ਅਰਦਾਸ ਦੇ ਵਿੱਚ ਕਹਿੰਦੇ ਇਹ ਜ਼ਰੂਰ ਚੀਜ਼ ਮੰਗਣੀ ਚਾਹੀਦੀ ਹੈ, ਤੰਦਰੁਸਤੀ। ਕਿਉਂਕਿ ਜੇ ਤੂੰ ਤੰਦਰੁਸਤ ਹੈ ਅਤੇ ਫਿਰ ਤੂੰ ਕਿਰਤ ਵੀ ਕਰ ਲਏਂਗਾ। ਤੇਰਾ ਸਰੀਰ ਜਿਹੜਾ ਤੰਦਰੁਸਤ ਹੈ, ਮਹਾਰਾਜ ਤੰਦਰੁਸਤੀ ਜ਼ਰੂਰ ਬਖਸ਼ਣੀ। ਜੇ ਤੂੰ ਤੰਦਰੁਸਤ ਹੈ ਫਿਰ ਤੂੰ ਸਵੇਰੇ ਉੱਠ ਕੇ ਨਾਮ ਵੀ ਜਪ ਲਏਂਗਾ ਅਤੇ ਫਿਰ ਤੂੰ ਕੰਮ ਵੀ ਕਰ ਲਏਂਗਾ, ਕਮਾਈ ਕਰਕੇ ਆਪਣੀ ਕਿਰਤ ਕਰੇਂਗਾ। ਅਤੇ ਜੇ ਤੇਰਾ ਸਰੀਰ ਹੀ ਤੰਦਰੁਸਤ ਨਹੀਂ ਹੈਗਾ, ਫਿਰ ਨਾ ਤਾਂ ਤੂੰ ਸਵੇਰੇ ਉੱਠ ਸਕਦਾ ਹੈ ਅਤੇ ਫਿਰ ਨਾ ਤੂੰ ਕੰਮ ਕਰ ਸਕਦਾ। ਅਤੇ ਫਿਰ ਤੂੰ ਕਿਰਤ ਕਰੇਂਗਾ ਨਾ ਜੇ ਤੇਰਾ ਸਰੀਰ ਤੰਦਰੁਸਤ ਹੈ। ਜੇ ਤੂੰ ਬਿਮਾਰ ਪਿਆ ਅਤੇ ਫਿਰ ਤੇਰੇ ਤੋਂ ਕੰਮ ਨਹੀਂ ਵੀ ਹੋਣਾ। ਅਤੇ ਆਪਾਂ ਗੁਰੂ ਕੋਲੋਂ ਚੀਜ਼ਾਂ ਬਹੁਤ ਮੰਗਦੇ ਹਾਂ, ਸੇਵਾ ਥੋੜ੍ਹੀ ਮੰਗਣ ਬਹੁਤਾ। ਕਈ ਵਾਰ ਸਾਡੀ ਜਿਹੜੀ ਸੇਵਾ ਥੋੜ੍ਹੀ ਹੁੰਦੀ ਹੈ ਅਤੇ ਮੰਗਦੇ ਅਸੀਂ ਬਹੁਤ ਜ਼ਿਆਦਾ ਵਾਂ। ਜਿਵੇਂ ਹੁਣ ਡਾਲਰ ਮੱਥਾ ਟੇਕਿਆ ਅਤੇ ਫਿਰ ਜਿਹੜੀ ਮੰਗਣਾ ਉਹ ਆਪਾਂ ਬੜਾ ਕੁਛ ਮੰਗ ਲੈਣਾ। ਮਹਾਰਾਜ ਮੈਨੂੰ ਕਾਰੋਬਾਰ ਵੀ ਦੇ ਦੇ, ਚੰਗਾ ਕਾਰੋਬਾਰ ਹੋਵੇ, ਅਤੇ ਬੱਚਿਆਂ ਦੀ ਤੰਦਰੁਸਤੀ ਵੀ ਦੇ ਦੇ, ਇੱਕ ਘਰ ਹੋਰ ਦੇ ਦੇ। ਕਹਿਣ ਤੋਂ ਭਾਵ ਅਸੀਂ ਬਹੁਤ ਕੁਛ ਮੰਗ ਲੈਂਦੇ ਹਾਂ ਵਾਹਿਗੁਰੂ ਤੋਂ। ਮੰਗਣਾ ਤਾਂ ਚਲੋ ਵਾਹਿਗੁਰੂ ਕੋਲੇ ਤੋਂ ਚੱਲਦਾ, ਪਰ ਕਈ ਵਾਰ ਹੁੰਦਿਆਂ ਵੀ ਕਾਰੋਬਾਰ ਵੀ ਕਈਆਂ ਦਾ ਬਹੁਤ ਵਧੀਆ ਹੁੰਦਾ ਹੈ, ਸਾਰਾ ਕੁਛ ਘਰ-ਬਾਰ ਵੀ ਹੁੰਦੇ ਨੇ। ਉਹ ਹੋਰ ਕਹਿਣਗੇ ਭਾਈ ਸਾਹਿਬ ਜੀ ਅਰਦਾਸ ਕਰਿਓ ਸਾਡੀ ਥੋੜ੍ਹਾ ਜਿਹਾ ਕਾਰੋਬਾਰ ਹੋਰ ਵਧੇ। ਅਤੇ ਇੱਕ ਤੰਦਰੁਸਤੀ ਦੀ ਵੀ ਅਰਦਾਸ ਕਰਨੀ ਹੈ। ਸਾਰਾ ਕੁਛ ਵੀ ਗੁਰੂ ਕੋਲ ਆ ਕੇ ਉਹ ਮੰਗਦਾ, ਪਰ ਕਈ ਵਾਰ ਸਾਡੀ ਸੇਵਾ ਥੋੜ੍ਹੀ ਹੁੰਦੀ ਹੈ ਅਤੇ ਅਸੀਂ ਮੰਗਦੇ ਬਹੁਤਾ ਵਾਂ। ਹੁੰਦਿਆਂ ਵੀ ਫਿਰ ਮੰਗੀ ਜਾਣਾ। ਪਰ ਜਿਹੜੀ ਅਸਲੀ ਅਰਦਾਸ ਹੈ ਉਹ ਤਾਂ ਨਾਮ ਦੀ, ਚੜ੍ਹਦੀ ਕਲਾ ਦੀ ਅਤੇ ਤੰਦਰੁਸਤੀ ਦੀ ਮੰਗਣੀ ਚਾਹੀਦੀ ਹੈ। ਕਹਿੰਦੇ ਜੇ ਸਰੀਰ ਤੰਦਰੁਸਤ ਹੈ ਨਾ ਅਤੇ ਫਿਰ ਸਾਰਾ ਕੁਝ ਸਮਝੋ ਠੀਕ ਹੈ। ਫਿਰ ਤੂੰ ਨਾਮ ਤਾਂ ਮੰਗਣਾ ਹੀ ਮੰਗਣਾ। ਫਿਰ ਨਾਮ ਵੀ ਤੂੰ ਜਪੀ ਜਾਏਗਾ ਅਤੇ ਕਿਰਤ ਵੀ ਕਰੀ ਜਾਏਗਾ। ਜੇ ਤੂੰ ਮੰਜੇ 'ਤੇ ਲੇਟ ਗਿਆ ਅਤੇ ਬਿਮਾਰ ਪਿਆ, ਫਿਰ ਕੁਛ ਨਹੀਂ ਕਰ ਸਕਦਾ। ਨਾ ਅੰਮ੍ਰਿਤ ਵੇਲੇ ਉੱਠ ਸਕਦਾ, ਨਾ ਤੂੰ ਕਿਰਤ ਕਰ ਸਕਦਾ। ਗੁਰੂ ਕੋਲੋਂ ਇਹੀ ਮੰਗ, ਸੱਚੇ ਪਾਤਸ਼ਾਹ ਮੈਨੂੰ ਤੰਦਰੁਸਤੀ ਬਖਸ਼ ਅਤੇ ਕਿਰਪਾ ਕਰ, ਮੈਨੂੰ ਆਪਣਾ ਨਾਮ ਮੇਰੀ ਝੋਲੀ ਵਿੱਚ ਪਾ ਦੇ। ਜੋ ਗੁਰੂ ਸਾਹਿਬ ਜੀ ਤੁਸੀਂ ਮਰਜ਼ਾਦਾ ਦੱਸੀ ਹੈ ਗੁਰਸਿੱਖ ਨੂੰ ਕਿ ਗੁਰਸਿੱਖਾ ਤੂੰ ਨਾਮ ਜਪਣਾ, ਕਿਰਤ ਕਰਨੀ ਹੈ, ਅੰਮ੍ਰਿਤ ਵੇਲੇ ਨੂੰ ਸੰਭਾਲਣਾ ਹੈ। ਮਹਾਰਾਜ ਕਿਰਪਾ ਕਰ
ਜਿਹੜੇ ਗੁਰਮੁਖ ਪਿਆਰੇ ਜੁੜ ਜਾਂਦੇ ਨੇ ਉਹ ਗੁਰੂ ਅੱਗੇ ਇਹੀ ਅਰਦਾਸ ਮੰਗਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਅੰਮ੍ਰਿਤ ਵੇਲਾ ਬਖਸ਼ ਕੇ ਮੈਂ ਅੰਮ੍ਰਿਤ ਵੇਲੇ ਛੇਤੀ ਉੱਠਾਂ। ਹੁਣ ਕਈ ਗੁਰਮੁਖ ਪਿਆਰੇ 3 ਵਜੇ 2 ਵਜੇ ਉੱਠਦੇ ਨੇ, ਪਰ ਉਹ ਮੰਗਦੇ ਵੀ ਅੰਮ੍ਰਿਤ ਵੇਲਾ ਨੇ, ਨਾਮ ਸੇਵਾ ਸਿਮਰਨ। ਪਰ ਜਿਹੜੇ ਜੁੜੇ ਨਹੀਂ, ਸਾਰਾ ਕੁਛ ਹੁੰਦਿਆਂ ਵੀ ਫਿਰ ਵੀ ਉਹ ਕਾਰੋਬਾਰ ਦੀ ਅਤੇ ਹੋਰ ਜਿਹੜੀਆਂ ਵਸਤੂਆਂ ਨਾਮ ਤੋਂ ਬਗੈਰ ਜਿਹੜੀਆਂ ਉਹ ਮੰਗੀ ਜਾਣਗੇ। ਅਤੇ ਗੁਰੂ ਅੱਗੇ ਅਰਦਾਸ ਇਹੀ ਕਰਨੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਅਤੇ ਸਾਨੂੰ ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰ। ਸੱਚੇ ਪਾਤਸ਼ਾਹ ਜੀ ਜੇ ਗੁਰਸਿੱਖ ਇਸ ਤਰ੍ਹਾਂ ਅਰਦਾਸ ਕਰਦਾ ਅਤੇ ਫਿਰ ਉਹ ਪ੍ਰਵਾਨ ਵੀ ਕਰਦੇ ਨੇ। ਅਤੇ ਜੇ ਹੁੰਦਿਆਂ ਸਾਰਾ ਕੁਝ ਫਿਰ ਮੰਗੀ ਜਾਣਾ, ਵੀ ਮਹਾਰਾਜ ਸੋਚਦੇ ਆ ਵੀ ਮੈਂ ਇਹਨੂੰ ਇੰਨਾ ਕੁਛ ਤਾਂ ਦੇ ਦਿੱਤਾ ਅਤੇ ਫਿਰ ਵੀ ਅਜੇ ਨਹੀਂ ਰੱਜਦਾ, ਫਿਰ ਹੋਰ ਕਹਿੰਦਾ ਮੇਰਾ ਕਾਰੋਬਾਰ ਹੋਰ ਤਕੜਾ ਕਰ ਦੇ, ਹੋਰ ਘਰ ਦੇ ਦੇ, ਹੋਰ ਬਿਜ਼ਨਸ ਦੇ ਦੇ। ਪਰ ਗੁਰੂ ਸਾਹਿਬ ਜੀ ਫਿਰ ਉਹ ਅਰਦਾਸ ਵੀ ਪ੍ਰਵਾਨ ਨਹੀਂ ਕਰਦੇ। ਫਿਰ ਗੁਰੂ ਸਾਹਿਬ ਜੀ ਅੱਗੇ ਅਰਦਾਸ ਜਿਹੜੀ ਕਰਨੀ ਹੈ ਉਹ ਨਾਮ ਦੀ ਸੇਵਾ ਸਿਮਰਨ ਦੀ ਹੀ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ 'ਤੇ ਗੁਰਸਿੱਖਾਂ 'ਤੇ ਇਹ ਕਿਰਪਾ ਕੀਤੀ ਹੋਈ ਹੈ, ਬਖਸ਼ਿਸ਼ ਕੀਤੀ ਹੈ, ਉਹ ਫਿਰ ਸਤ ਸੰਗਤ ਵਿੱਚ ਆਣ ਕੇ ਗੁਰੂ ਅੱਗੇ ਨਾਮ ਦੀ ਅਰਦਾਸ ਕਰਦੇ ਨੇ। ਸੱਚੇ ਪਾਤਸ਼ਾਹ ਜੀ, ਆਓ ਹੁਣ ਆਪਾਂ ਵਿਚਾਰ ਕਰਦੇ ਹਾਂ ਜਿਹੜਾ ਆਪ ਜੀ ਨੇ ਪਾਵਨ ਪਵਿੱਤਰ ਸ਼ਬਦ ਸਰਵਣ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਧਰਤੀ ਨੂੰ ਧੀਰਜ ਦੇਣ ਵਾਲੇ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਇਹ ਜਾਂਚ ਦੱਸੀ ਹੈ ਕਿ ਕਿਵੇਂ ਪਰਮੇਸ਼ਰ ਦਾ ਭਾਣਾ ਮੰਨਣਾ ਹੈ। ਕਿਉਂਕਿ ਭਾਣਾ ਮੰਨਣਾ ਬੜਾ ਔਖਾ ਹੈ। ਭਾਣਾ ਆਪਾਂ ਕਹਿ ਦਿੰਦੇ ਹਾਂ ਵੀ ਭਾਣਾ ਮੰਨਣਾ ਚਾਹੀਦਾ, ਪਰ ਜਦੋਂ ਭਾਣਾ ਆਪਣੇ 'ਤੇ ਵਰਤਦਾ ਉਦੋਂ ਫਿਰ ਬੰਦਾ ਡੋਲ ਜਾਂਦਾ ਹੈ। ਉਹ ਗੁਰੂ ਜੀ ਦੇ ਸਿਰ ਦੇ ਉੱਪਰ ਹੱਥ ਰੱਖੇ ਫਿਰ ਭਾਣਾ ਉਹ ਹੀ ਮੰਨ ਸਕਦਾ, ਨਹੀਂ ਤਾਂ ਹਰੇਕ ਆਦਮੀ ਡੋਲ ਜਾਂਦਾ ਹੈ। ਪਰ ਭਾਣਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਨਿਆ। ਇਹ ਪੂਰੇ ਗੁਰੂ ਨੇ, ਪੂਰੇ ਗੁਰੂ ਦੀ ਨਿਸ਼ਾਨੀ ਹੈ। ਉਹ ਕੀ ਹੈ? ਤੱਤੀ ਲੋਹ 'ਤੇ ਬੈਠ ਕੇ ਸੱਚੇ ਪਾਤਸ਼ਾਹ ਉੱਪਰੋਂ ਸੀਸ ਉੱਪਰ ਗਰਮ ਰੇਤ ਪਰਵਾ ਰਹੇ ਨੇ ਅਤੇ ਲੋਹ ਦੇ ਉੱਤੇ ਬੈਠੇ ਥੱਲੇ ਅੱਗ ਦੇ ਭਾਂਬੜ ਚੱਲ ਰਹੇ ਹਨ। ਅਤੇ ਫਿਰ ਇਹਨੂੰ ਕਹਿੰਦੇ ਆ ਭਾਣਾ ਮੰਨਣ ਦੀ ਗੱਲ। ਫਿਰ ਕਹਿੰਦੇ ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਹੈ ਭਾਣਾ। ਪੂਰੇ ਗੁਰੂ ਦੀ ਜਿਹੜੀ ਨਿਸ਼ਾਨੀ ਹੈ ਉਹ ਇਹ ਹੈ। ਜਿਹੜੇ ਆਪਾ ਬਣੇ ਗੁਰੂ ਨੇ ਉਹ ਇਹੋ ਜਿਹਾ ਭਾਣਾ ਨਹੀਂ ਮੰਨ ਸਕਦੇ, ਪਖੰਡੀ, ਡੰਮੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤ ਵੱਡਾ ਪਰਉਪਕਾਰ ਹੈ ਸੰਸਾਰ 'ਤੇ, ਜਿਨ੍ਹਾਂ ਨੇ ਇਹ ਭਾਣਾ ਮੰਨਣ ਦੀ ਗੱਲ ਦੱਸੀ। ਅਤੇ ਨਾਲੇ ਗੁਰੂ ਅਰਜਨ ਦੇਵ ਜੀ ਦਾ ਇਹ ਬਹੁਤ ਵੱਡਾ ਪਰਉਪਕਾਰ ਹੈ ਕਿ ਸਾਰੇ ਗੁਰੂ ਸਾਹਿਬਾਂ ਦੀ ਜਿਹੜੀ ਗੁਰਬਾਣੀ, 15 ਭਗਤਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ, ਇਹ ਸਾਰੀ ਬਾਣੀ ਇਕੱਤਰ ਕਰਕੇ ਇਹ ਸਾਨੂੰ ਗੁਰੂ ਸਾਹਿਬ ਜੀ ਨੇ ਇਹ ਬਾਣੀ ਬਖਸ਼ਿਸ਼ ਕੀਤੀ ਹੈ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੀ ਪਰਉਪਕਾਰ ਹੈ। ਅਤੇ ਦੇਖੋ ਕਿ ਗੁਰੂ ਸਾਹਿਬ ਜੀ ਨੇ ਇਹ ਪਰਉਪਕਾਰ ਕੀਤਾ ਅਤੇ ਅੱਜ ਅਨੇਕਾਂ ਕਰੋੜਾਂ ਲਾ ਲਓ ਜੋ ਗੁਰੂ ਸਾਹਿਬ ਜੀ ਦਾ ਗੁਰਬਾਣੀ ਦੇ ਆਪਾਂ ਦਰਸ਼ਨ ਕਰਦੇ ਹਾਂ ਅਤੇ ਗੁਰਬਾਣੀ ਜਿਹੜੇ ਲੋਕ ਪੜ੍ਹਦੇ ਨੇ, ਨਾਲੇ ਤਾਂ ਇਹ ਗੁਰਬਾਣੀ ਸਾਡਾ ਆਧਾਰ ਕਰਦੀ ਹੈ। ਜੇ ਗੁਰਬਾਣੀ ਦੇ ਨਾਲ ਤੂੰ ਜੁੜ ਜਾਵੇਂਗਾ, ਗੁਰਬਾਣੀ ਪੜ੍ਹੇਂਗਾ, ਫਿਰ ਤੇਰਾ ਗੁਰਸਿੱਖਾ ਜਨਮ ਮਰਨ ਕੱਟਿਆ ਜਾਵੇਗਾ। ਅਤੇ ਨਾਲੇ ਤਾਂ ਸਾਡਾ ਜਨਮ ਮਰਨ ਕੱਟਣ ਵਾਲੀ ਇਹ ਗੁਰਬਾਣੀ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ੀ ਹੈ। ਅਤੇ ਨਾਲ ਨਾਲ ਇਹਦੇ ਨਾਲ ਹੁਣ ਕਿੰਨੇ ਲੋਕਾਂ ਦਾ ਰੁਜ਼ਗਾਰ ਵੀ ਹੈ। ਦੇਖੋ ਹੁਣ ਰਾਗੀ ਸਿੰਘ, ਪਾਠੀ, ਕਥਾਵਾਚਕ ਜੋ ਵੀ ਨੇ, ਉਹ ਨਾਲ ਨਾਲ ਉਹਨਾਂ ਦੀ ਕੀਰਤੀ ਵੀ ਹੈ।
ਦੇਖ ਲਓ ਕਿੰਨਿਆਂ ਦੇ ਜਿਹੜੇ ਪਰਿਵਾਰ ਨੇ ਉਹ ਬਾਣੀ ਦੇ ਸਿਰ 'ਤੇ ਹੀ ਚੱਲ ਰਹੇ ਨੇ, ਕਿਉਂਕਿ ਉਹ ਕਮਾਈ ਕਰਦੇ ਨੇ, ਆਪਣੇ ਬੱਚਿਆਂ ਨੂੰ ਇਹਨਾਂ ਪੈਸਿਆਂ ਵਿੱਚੋਂ ਹੀ ਆਪਣਾ ਕਾਰੋਬਾਰ ਚਲਾ ਰਹੇ ਨੇ, ਆਪਣੇ ਬੱਚਿਆਂ ਦੀਆਂ ਪੜ੍ਹਾਈਆਂ ਦੀਆਂ ਖਰਚਾਂ। ਕਿੰਨਾ ਫਾਇਦਾ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤਾ ਹੈ, ਜਿਨ੍ਹਾਂ ਦਾ ਰੁਜ਼ਗਾਰ ਹੀ ਇੱਥੋਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਬਾਣੀ ਨਾਲੇ ਤਾਂ ਸਾਨੂੰ ਵਾਹਿਗੁਰੂ ਦੇ ਨਾਲ ਜੋੜਦੀ ਹੈ ਅਤੇ ਨਾਲ ਸਾਨੂੰ ਅਕਾਲ ਪੁਰਖ ਨਾਲ ਜੋੜਦੀ ਹੈ, ਨਾਲੇ ਸਾਡਾ ਕਈ ਲੱਖਾਂ ਲੋਕਾਂ ਦਾ ਜਿਹੜਾ ਰੁਜ਼ਗਾਰ ਹੈ ਗੁਰਬਾਣੀ ਦੇ ਸਿਰ ਤੋਂ ਹੀ ਚੱਲ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਬਹੁਤ ਵੱਡਾ ਪਰਉਪਕਾਰ ਹੈ ਜੋ ਸਾਨੂੰ ਇਹ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਬਖਸ਼ਿਸ਼ ਕੀਤੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਫਰਮਾ ਰਹੇ ਹਨ, ਆਗੈ ਸੁਖ ਮੇਰੇ ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ। ਅਸੀਂ ਆਪਣੇ ਸਤਿਗੁਰ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ। ਆਗੈ ਸੁਖ, ਅੱਗੇ ਲੋਕ ਅਤੇ ਪਰਲੋਕ ਵਿੱਚ ਵੀ ਸੁੱਖ ਬਖਸ਼ਿਸ਼ ਕਰਦੇ ਹਨ। ਸੱਚੇ ਪਾਤਸ਼ਾਹ ਜੀ ਕਹਿਣ ਉਹ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੈ। ਆਗੈ ਸੁਖ, ਅੱਗੇ ਪਰਲੋਕ ਦੇ ਵਿੱਚ ਵੀ ਕਹਿੰਦੇ ਸੁੱਖ ਮਿਲਦਾ। ਪਾਛੈ ਸੁਖ, ਇੱਥੇ ਲੋਕ ਵਿੱਚ ਵੀ ਸੁੱਖ ਹੈ ਅਤੇ ਘਰ ਆਨੰਦ ਹਮਾਰਾ, ਸਾਡੇ ਹਿਰਦੇ ਘਰ ਵਿੱਚ ਸਦਾ ਲਈ ਆਨੰਦ ਬਣ ਗਿਆ, ਅਸੀਂ ਟਿਕੇ ਹਾਂ। ਇਹ ਸੱਚੇ ਪਾਤਸ਼ਾਹ ਜੀ ਦੀ ਕਹਿੰਦੇ ਕਿਰਪਾ ਹੈ। ਅਸੀਂ ਉਹ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਜਿਹਨੇ ਸਾਨੂੰ ਲੋਕ ਪਰਲੋਕ ਵਿੱਚ ਸੁੱਖ ਬਖਸ਼ਿਸ਼ ਕੀਤਾ ਹੈ ਅਤੇ ਹਿਰਦੇ ਘਰ ਦੇ ਵਿੱਚ ਡਿੱਗੇ ਹਾਂ। ਸਾਡੇ ਹਿਰਦੇ ਘਰ ਲਈ ਸਦਾ ਹੀ ਆਨੰਦ ਬਣ ਗਿਆ ਹੈ। ਜਦੋਂ ਆਨੰਦ ਬਣ ਜੇ ਨਾ, ਆਨੰਦ ਆ ਜਾਏ ਅਤੇ ਬੰਦਾ ਫਿਰ ਖਿੜਿਆ ਰਹਿੰਦਾ। ਜਿਵੇਂ ਆਪਾਂ ਕਹਿੰਦੇ ਨਾ ਆਨੰਦ ਹੀ ਆ ਗਿਆ, ਬਹੁਤ ਆਨੰਦ ਆਇਆ ਫਲਾਣੀ ਚੀਜ਼ ਚੱਕ ਕੇ। ਪਰ ਜਿਹੜਾ ਇਹ ਆਨੰਦ ਹੈ ਨਾ, ਉਹ ਜਿਹੜਾ ਆਨੰਦ ਹੈ ਕੁਝ ਸਮੇਂ ਦਾ ਹੁੰਦਾ, ਪਰ ਜਿਹੜਾ ਇਹ ਆਨੰਦ ਹੈ ਸਦਾ ਲਈ ਆਨੰਦ ਬਣ ਜਾਂਦਾ। ਹਿਰਦੇ ਘਰ ਦੇ ਵਿੱਚ ਘਰ ਆਨੰਦ ਹਮਾਰਾ, ਹੁਣ ਸਦਾ ਲਈ ਸਾਡੇ ਹਿਰਦੇ ਘਰ ਦੇ ਵਿੱਚ ਆਨੰਦ ਬਣ ਗਿਆ ਹੈ। ਜਿਸ ਵਾਹਿਗੁਰੂ ਨੇ ਇਹ ਆਨੰਦ ਬਣਾਇਆ ਹੈ, ਆਪਣੇ ਸਤਿਗੁਰ ਕੈ ਬਲਿਹਾਰੈ। ਅਸੀਂ ਆਪਣੇ ਸਤਿਗੁਰਾਂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਾਂ, ਜਿਨ੍ਹਾਂ ਨੇ ਸਾਡੇ ਹਿਰਦੇ ਘਰ ਦੇ ਵਿੱਚ ਸਦਾ ਲਈ ਆਨੰਦ ਬਣਾ ਦਿੱਤਾ ਹੈ। ਗੁਰ ਪੂਰਾ ਭੇਟਿਓ ਵਡ ਭਾਗੀ, ਮਨਹਿ ਭਇਆ ਪਰਗਾਸਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਹਿ ਰਹੇ ਨੇ, ਪੂਰਾ ਭੇਟਿਓ ਵਡ ਭਾਗੀ। ਉਹ ਗੁਰੂ ਪੂਰਾ ਹੁਣ ਸਾਨੂੰ ਮਿਲ ਪਿਆ ਹੈ, ਉਹਦੇ ਨਾਲ ਮਿਲਾਪ ਹੋ ਗਿਆ ਹੈ। ਅਤੇ ਜਦੋਂ ਫਿਰ ਪੂਰਾ ਸਤਿਗੁਰ ਮਿਲ ਜਾਵੇ, ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਵੇ, ਫਿਰ ਤਾਂ ਸਮਝੋ ਹਿਰਦੇ ਦੇ ਵਿੱਚ ਸਦਾ ਲਈ ਆਨੰਦ ਬਣ ਜਾਂਦਾ ਹੈ। ਉਹਨਾਂ ਨੂੰ ਕੋਈ ਵੀ ਚਿੰਤਾ ਨਹੀਂ ਲੈਂਦੀ ਅਤੇ ਉਹ ਸਦਾ ਲਈ ਆਨੰਦ ਦੇ ਵਿੱਚ ਬਣੇ ਰਹਿੰਦੇ ਨੇ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਗੁਰ ਪੂਰਾ ਭੇਟਿਓ ਵਡਭਾਗੀ। ਹੁਣ ਸਾਨੂੰ ਪੂਰਾ ਗੁਰੂ ਮਿਲ ਗਿਆ ਹੈ, ਪੂਰਨ ਗੁਰੂ ਦੀ ਕਿਰਪਾ ਹੋ ਗਈ ਹੈ। ਫਿਰ ਕੀ ਹੋਇਆ? ਮਨਹਿ ਭਇਆ ਪ੍ਰਗਾਸਾ, ਸਾਡੇ ਹਿਰਦੇ ਘਰ ਦੇ ਵਿੱਚ ਸਦਾ ਲਈ ਪ੍ਰਗਾਸ਼ ਹੋ ਗਿਆ। ਅਗਿਆਨ ਦਾ ਜਿਹੜਾ ਹਨੇਰਾ ਸੀ ਉਹ ਦੂਰ ਹੋ ਕੇ ਅਤੇ ਹੁਣ ਸਦਾ ਲਈ ਸਾਡੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ ਹੈ ਅਤੇ ਸਦਾ ਆਨੰਦ ਦਾ ਖੇੜਾ ਬਣ ਗਿਆ। ਕਿਉਂਕਿ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ ਅਤੇ ਫਿਰ ਹਿਰਦੇ ਘਰ ਵਿੱਚ ਸਦਾ ਲਈ ਆਨੰਦ ਬਣ ਜਾਂਦਾ ਹੈ। ਇਹ ਗੁਰੂ ਨੇ ਕਿਰਪਾ ਕੀਤੀ ਹੈ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਹੁਣ ਸਾਨੂੰ ਆਪਣੇ ਗੁਰੂ 'ਤੇ ਭਰੋਸਾ ਹੋ ਗਿਆ ਅਤੇ ਫਿਰ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੋਈ ਹੁਣ ਬਰਾਬਰੀ ਨਹੀਂ ਕਰਦਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਹੁਣ ਸਾਨੂੰ ਆਪਣੇ ਗੁਰੂ 'ਤੇ ਭਰੋਸਾ ਹੋ ਗਿਆ ਹੈ, ਗੁਰੂ 'ਤੇ ਮਾਣ ਹੋ ਗਿਆ ਅਤੇ ਉਸ ਵਾਹਿਗੁਰੂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਇਹ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਾਤ ਬਖਸ਼ਿਸ਼ ਕੀਤੀ ਹੈ। ਅੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਅੰਤਰਜਾਮੀ ਕਰਨੈ ਹਾਰਾ, ਸੋਈ ਖਸਮ ਹਮਾਰਾ। ਉਹ ਵਾਹਿਗੁਰੂ ਸਾਡਾ ਜਿਹੜਾ ਪਰਮਾਤਮਾ ਹੈ ਨਾ,
ਖਸਮ ਦਾ ਅਰਥ ਵੀ ਵਾਹਿਗੁਰੂ ਹੈ। ਉਹ ਸਾਡਾ ਵਾਹਿਗੁਰੂ ਪਰਮਾਤਮਾ ਅੰਤਰਜਾਮੀ ਕਰਨਹਾਰਾ। ਆਪਾਂ ਹੁਣ ਅਰਦਾਸ ਦੀ ਗੱਲ ਕਰ ਰਹੇ ਸੀ ਨਾ, ਉਹ ਬਿਨ ਬੋਲਿਆਂ ਸਭ ਕੁਝ ਜਾਣਦਾ। ਉਹ ਸਾਰਾ ਕੁਛ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ। ਹੁਣ ਕਈ ਵਾਰ ਆਪਾਂ ਅਰਦਾਸ ਕਰਦੇ ਹਾਂ, ਕਈ ਵਾਰ ਕੋਈ ਸ਼ਬਦ ਰਹਿ ਜਾਂਦੇ ਨੇ, ਕਿਸੇ ਦਾ ਨਾਮ ਰਹਿ ਜਾਂਦਾ ਅਰਦਾਸ ਦੇ ਵਿੱਚ। ਅਤੇ ਇੱਦਾਂ ਨਹੀਂ ਕਰਨਾ ਚਾਹੀਦਾ ਵੀ ਦਿਵਾਲੇ ਹੋ ਜਾਣਾ ਇੱਕ ਵਾਰ ਵੀ ਤੂੰ ਮੇਰਾ ਨਾਮ ਨਹੀਂ ਲਿਆ। ਹੁਣ ਕਈ ਵਾਰ ਅਰਦਾਸ ਕਰਦੇ ਨੇ ਭਾਈ ਸਾਹਿਬ ਗ੍ਰੰਥੀ ਸਿੰਘ, ਅਤੇ ਕਿਸੇ ਦਾ ਨਾਮ ਗਲਤ ਬੋਲਿਆ ਜਾਂਦਾ ਜਾਂ ਰਹਿ ਜਾਂਦਾ, ਪਰ ਕਈ ਬੰਦੇ ਤੱਤੇ ਹੋ ਜਾਂਦੇ ਨੇ ਕਿ ਤੂੰ ਇਹ ਗੱਲ ਕਹੀ ਕਿਉਂ ਨਹੀਂ, ਇੱਦਾਂ ਕਹਿਣਾ ਸੀ। ਕੋਈ ਨਹੀਂ, ਜੇ ਕਈ ਵਾਰ ਨਾਮ ਪੁੱਠਾ ਸਿੱਧਾ ਕਿਹਾ ਵੀ ਗਿਆ ਅਤੇ ਗੁਰੂ ਤਾਂ ਜਾਣਦਾ। ਮਹਾਰਾਜ ਕਹਿੰਦੇ ਅੰਤਰਜਾਮੀ ਕਰਨਹਾਰਾ। ਫਿਰ ਜੇ ਤਾਂ ਉਹਨੂੰ ਆਪਾਂ ਅੰਤਰਜਾਮੀ ਨਾ ਸਮਝੀਏ ਨਾ, ਜੇ ਆਪਾਂ ਕਹਿੰਦੇ ਹਾਂ ਵੀ ਸਾਡੀਆਂ ਦਿਲਾਂ ਦੀਆਂ ਜਾਣਨ ਵਾਲਾ ਹੈ, ਅਤੇ ਜੇ ਕੋਈ ਅਰਦਾਸ ਕਰਦੇ ਹਾਂ ਭੁੱਲ ਚੁੱਕ ਹੋ ਜਾਂਦੀ ਹੈ, ਅਤੇ ਇਹ ਨਹੀਂ ਵੀ ਇੱਕੋ ਦਮ ਉਹਨੇ ਦਿਵਾਲੇ ਹੋ ਜਾਣਾ। ਇਹ ਕਈ ਵਾਰ ਬੀਤ ਚੁੱਕੀ ਹੈ ਕਈਆਂ ਨਾਲ। ਕੋਈ ਭਾਈ ਕਿਸੇ ਦਾ ਕੋਈ ਨਾਂ ਗਲਤ ਅੱਖਰ ਨਿਕਲ ਜਾਏ ਜਾਂ ਰਹਿ ਜਾਏ, ਅਤੇ ਫਿਰ ਕਈ ਬੰਦੇ ਭਾਈਆਂ ਦੇ ਦਿਵਾਲੇ ਹੋ ਜਾਂਦੇ ਨੇ ਵੀ ਤੂੰ ਇਹ ਗੱਲ ਕਹੀ ਕਿਉਂ ਨਹੀਂ, ਇੱਦਾਂ ਕਹਿਣਾ ਸੀ, ਜਾਂ ਸਾਡਾ ਨਾਮ ਨਹੀਂ ਲਿਆ। ਇੱਦਾਂ ਨਹੀਂ ਕਰਨਾ ਚਾਹੀਦਾ। ਗੁਰੂ ਨੂੰ ਜੇ ਗੁਰੂ ਦੀ ਬਖਸ਼ਿਸ਼ ਲੈਣੀ ਹੈ, ਗੁਰੂ ਦੀ ਖੁਸ਼ੀ ਲੈਣੀ ਹੈ ਨਾ, ਅਤੇ ਫਿਰ ਜੇ ਆਪਾਂ ਉਹਨੂੰ ਕਹਿੰਦੇ ਨਾ ਅੰਤਰਜਾਮੀ ਹੈ, ਅਤੇ ਫਿਰ ਉਹ ਸਾਡੀਆਂ ਦਿਲਾਂ ਦਾ ਜਾਣਨ ਵਾਲਾ। ਜਿੱਦਾਂ ਵੀ ਹੋ ਗਈ ਅਰਦਾਸ, ਅਤੇ ਉਹ ਸਭ ਕੁਛ ਜਾਣਦਾ। ਜਦੋਂ ਆਪਾਂ ਜੋ ਵੀ ਮਨ ਦੇ ਵਿੱਚ ਸੋਚ ਲੈਂਦੇ ਹਾਂ, ਘਰੋਂ ਚੱਲਦੇ ਹਾਂ, ਅਤੇ ਸਾਡੀ ਅਰਦਾਸ ਉਦੋਂ ਹੀ ਪ੍ਰਵਾਨ ਹੋ ਜਾਂਦੀ ਹੈ। ਅਤੇ ਜੇ ਅਸੀਂ ਮਨ ਦੇ ਵਿੱਚ ਨਿਮਰਤਾ ਦੇ ਸਹਿਜ ਸੋਚੀਏ, ਗੁਰੂ ਸਾਹਿਬ ਜੀ ਅੱਗੇ ਅਸੀਂ ਇੱਦਾਂ ਅਰਦਾਸ ਕਰਾਂਗੇ, ਗੁਰੂ ਸਾਹਿਬ ਜੀ ਸਾਡੀਆਂ ਦਿਲਾਂ ਦੀਆਂ ਜਾਣਨ ਵਾਲੇ ਨੇ, ਅਤੇ ਗੁਰੂ ਸਾਹਿਬ ਜੀ ਫਿਰ ਅਰਦਾਸ ਪ੍ਰਵਾਨ ਹੀ ਕਰਦੇ ਨੇ। ਅਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ। ਉਹ ਵਾਹਿਗੁਰੂ ਪਰਮਾਤਮਾ ਸਾਡਾ ਜੋ ਮਾਲਕ ਹੈ, ਉਹ ਸਾਡੇ ਦਿਲਾਂ ਦੀਆਂ ਜਾਣਨ ਵਾਲਾ ਹੈ। ਉਹ ਸਾਰਾ ਕੁਛ ਜਾਣਦਾ ਕਿ ਸਾਡੇ ਦਿਲ ਦੇ ਵਿੱਚ ਕੀ ਚੱਲ ਰਿਹਾ, ਅਸੀਂ ਕਿਸੇ ਲਈ ਕੀ ਚੰਗੀ ਸੋਚ ਰੱਖਦੇ ਹਾਂ, ਮਾੜੀ ਸੋਚ ਰੱਖਦੇ ਹਾਂ। ਉਹ ਵਾਹਿਗੁਰੂ ਤੋਂ ਆਪਾਂ ਕੋਈ ਵੀ ਗੱਲ ਛੁਪਾ ਨਹੀਂ ਸਕਦੇ। ਹੁਣ ਆਪਾਂ ਭਾਵੇਂ ਦੁਨੀਆ ਨੂੰ ਤੋਂ ਆਪਾਂ ਮੂਰਖ ਬਣਾ ਲਵਾਂਗੇ, ਉਹਨਾਂ ਤੋਂ ਕੋਈ ਚੋਰੀ ਆਦਿ ਕਰਨੀ, ਜਾਂ ਕੋਈ ਚੋਰੀ ਕੰਮ ਕਿਸੇ ਤੋਂ ਕਰਨਾ, ਕਿਸੇ ਦੀ ਚੋਰੀ ਕਰਨੀ, ਆਪਾਂ ਹੋਰਾਂ ਤੋਂ ਇਹ ਗੱਲ ਦਾ ਓਹਲਾ ਰੱਖ ਲਵਾਂਗੇ। ਪਰਦੇ ਵਿੱਚ ਕੋਈ ਕੰਮ ਕਰਨਾ ਗਲਤ, ਪਰ ਉਹ ਵਾਹਿਗੁਰੂ ਪਰਮਾਤਮਾ ਤਾਂ ਸਾਰਾ ਕੁਛ ਜਾਣਦਾ ਨਾ, ਉਹ ਤੋਂ ਆਪਾਂ ਲੁਕੋ ਨਹੀਂ ਸਕਦੇ। ਉਹ ਅੰਤਰਜਾਮੀ ਹੈ। ਜੋ ਵੀ ਅਸੀਂ ਕਰਦੇ ਹਾਂ ਨਾ ਕਰਮ, ਚੰਗੇ ਮਾੜੇ, ਉਹ ਉਹਨੂੰ ਪਤਾ ਹੈ, ਉਹ ਸਾਨੂੰ ਦੇਖ ਰਿਹਾ, ਉਹ ਵੇਖਿਆ, ਉਹਨਾਂ ਨਜ਼ਰ ਨਾ ਆਵੇ। ਸਾਨੂੰ ਉਹ ਦਿਖਦਾ ਨਹੀਂ, ਪਰ ਉਹ ਸਾਨੂੰ ਦੇਖ ਰਿਹਾ। ਉਹ ਅੰਤਰਜਾਮੀ ਹੈ। ਉਹ ਅੰਤਰਜਾਮੀ, ਉਹਨੂੰ ਸਮਝਣਾ ਚਾਹੀਦਾ ਹੈ ਕਿ ਉਹ ਸਾਡੇ ਦਿਲਾਂ ਦੀਆਂ ਜਾਣਨ ਵਾਲਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਉਹ ਬਿਨ ਬੋਲਿਆਂ ਸਾਰਾ ਕੁਛ ਜਾਣਦਾ ਹੈ। ਨਿਰਭਉ ਪਏ ਗੁਰ ਚਰਣੀ ਲਾਗੇ, ਇਕ ਰਾਮ ਨਾਮ ਆਧਾਰਾ। ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਤੋਂ ਸ਼ਬਦ ਆਰੰਭ ਹੋਇਆ ਸੀ ਨਾ, ਗੁਰ ਪੂਰਾ ਭੇਟਿਓ ਵਡਭਾਗੀ, ਮਨਹਿ ਭਇਆ ਪ੍ਰਗਾਸਾ। ਕਹਿੰਦੇ ਹੁਣ ਉਹ ਗੁਰੂ ਦੇ, ਜਦੋਂ ਸਾਨੂੰ ਗੁਰੂ ਮਿਲ ਪਿਆ ਹੈ, ਗੁਰੂ ਦੇ ਚਰਨਾਂ ਨਾਲ ਲੱਗੇ ਹਾਂ, ਗੁਰ ਚਰਣੀ ਲਾਗੇ, ਫਿਰ ਅਸੀਂ ਨਿਰਭਉ ਹੋ ਗਏ ਹਾਂ। ਕਿਸੇ ਦਾ ਡਰ ਨਹੀਂ ਹੁਣ ਰਿਹਾ। ਹੁਣ ਜਦੋਂ ਬੰਦਾ ਨਿਰਭੈ ਹੋ ਜਾਏ, ਫਿਰ ਉਹਦੇ ਸਾਰੇ ਡਰ ਚੁੱਕੇ ਜਾਂਦੇ ਨੇ। ਉਹ ਕਿਵੇਂ ਹੁੰਦਾ? ਜਦੋਂ ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾਂਦਾ, ਗੁਰੂ ਨੂੰ ਅੰਗ ਸੰਗ ਸਮਝਾ। ਜਦੋਂ ਗੁਰੂ ਨੂੰ ਬੰਦਾ ਸਮਰਪਿਤ ਹੋ ਜਾਂਦਾ, ਆਪਣਾ ਮਨ ਗੁਰੂ ਨੂੰ ਅਰਪਣ ਕਰ ਦਿੰਦਾ, ਫਿਰ ਉਹ ਨਿਰਭਉ ਹੋ ਜਾਂਦਾ। ਨਾ ਕਿਸੇ ਤੋਂ ਉਹ ਫਿਰ ਡਰਦਾ, ਨਾ ਕਿਸੇ ਤੋਂ ਡਰਾਉਂਦਾ। ਅਤੇ ਵਾਹਿਗੁਰੂ ਪਰਮਾਤਮਾ ਵੀ ਇਹੀ ਹੈ, ਨਿਰਭਉ ਨਿਰਵੈਰ। ਉਹ ਨਾ ਕਿਸੇ ਤੋਂ ਡਰਦਾ ਅਤੇ ਨਾ ਕਿਸੇ ਨੂੰ ਡਰਾਉਂਦਾ। ਫਿਰ ਜਿਹੜੇ ਗੁਰੂ ਦੇ ਸਿੱਖ ਨੇ, ਉਹ ਵੀ ਵਾਹਿਗੁਰੂ ਅਕਾਲ ਪੁਰਖ ਵਾਂਗ ਉਹਦਾ ਰੂਪ ਹੋ ਜਾਂਦੇ ਨੇ। ਨਾ ਕਿਸੇ ਤੋਂ ਡਰਦੇ ਨੇ, ਨਾ ਕਿਸੇ ਤੋਂ ਡਰਾਉਂਦੇ ਨੇ। ਨਿਰਭਉ ਭਏ ਗੁਰ ਚਰਣੀ ਲਾਗੇ। ਅਸੀਂ ਹੁਣ ਨਿਰਭਉ ਹੋ ਗਏ ਹਾਂ, ਸਾਨੂੰ ਕਿਸੇ ਦਾ ਡਰ ਨਹੀਂ। ਗੁਰੂ ਨੇ ਸਾਨੂੰ ਆਪਣੇ ਚਰਨਾਂ ਦੇ ਨਾਲ ਲਾ ਲਿਆ। ਇੱਕ ਰਾਮ ਨਾਮ ਆਧਾਰਾ। ਅਸੀਂ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਆਸਰਾ
ਬਣਾ ਲਿਆ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਇੱਥੇ ਵਿਸ਼ਰਾਮ ਲਾਉਣਾ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਭੀ ਹੋਵਨ ਹਾਰਾ। ਇਹ ਭਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਕਿ ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਵੀ ਮੌਜੂਦ ਹੈ ਭੀ ਹੋਵਨ ਹਾਰਾ। ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੁਣ ਵਾਹਿਗੁਰੂ ਪਰਮਾਤਮਾ ਆਦਿ ਦੇ ਵਿੱਚ ਵੀ ਸੱਚ ਸੀ, ਅਤੇ ਜਦੋਂ ਜੁਗਾਂ ਦੀ ਪੈਦਾਸ਼ ਹੋਈ ਉਦੋਂ ਵੀ ਸੱਚ ਸੀ। ਨਾਨਕ ਹੋਸੀ ਭੀ ਸੱਚ, ਜਦੋਂ ਇਹ ਸੰਸਾਰ ਦਾ ਨਾਸ ਹੋਵੇਗਾ ਉਦੋਂ ਵੀ ਪਰਮਾਤਮਾ ਸੱਚ ਹੋਵੇਗਾ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਉਹ ਵਾਹਿਗੁਰੂ ਪਰਮਾਤਮਾ ਹੁਣ ਵੀ ਹੈ, ਅੱਗੇ ਤੋਂ ਹੋਵੇਗਾ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਵਾਹਿਗੁਰੂ ਪਰਮਾਤਮਾ ਨੇ ਹੁਣ ਸਾਨੂੰ ਆਪਣੇ ਗਲ ਦੇ ਨਾਲ ਲਾ ਲਿਆ ਹੈ, ਅਤੇ ਸਾਡੀ ਪਰਮਾਤਮਾ ਨੇ ਰੱਖਿਆ ਵੀ ਕੀਤੀ ਹੈ। ਅਤੇ ਹੁਣ ਇੰਨੀ ਕਿਰਪਾ ਹੋ ਗਈ ਹੈ, ਆਪਣੀ ਪ੍ਰੀਤ ਪਿਆਰਾ। ਹੁਣ ਉਹ ਜਿਹੜੀ ਪ੍ਰੀਤ ਹੈ ਸਾਨੂੰ ਪਰਮਾਤਮਾ ਨੇ ਬਖਸ਼ ਦਿੱਤੀ ਹੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ ਉਹ ਵਾਹਿਗੁਰੂ ਪਰਮਾਤਮਾ ਅਚਰਜ ਹੈ, ਅਤੇ ਜਿੱਡਾ ਵੱਡਾ ਉਹ ਓਡੀ ਵੱਡੀ ਉਹਦੀ ਵਡਿਆਈ ਹੈ। ਅਤੇ ਹੁਣ ਉਹਦੀ ਵਡਿਆਈ ਦੇ ਕਾਰਨ ਜਿੰਨੇ ਵੀ ਸਾਡੇ ਕਾਰਜ ਨੇ, ਕਾਰਜ ਆਇਆ ਰਾਸੇ, ਸਾਡੇ ਜਿਹੜੇ ਕਾਰਜ ਰਾਸ ਹੋ ਗਏ ਨੇ। ਜਦੋਂ ਸਾਨੂੰ ਪੂਰਾ ਗੁਰੂ ਮਿਲ ਪਿਆ ਹੈ, ਗੁਰ ਪੂਰਾ ਭੇਟਿਓ ਵਡਭਾਗੀ। ਪੂਰਾ ਗੁਰੂ ਵੀ ਮਿਲ ਗਿਆ, ਮਨ ਦੇ ਵਿੱਚ ਹਿਰਦੇ ਘਰ ਵਿੱਚ ਜੋ ਪ੍ਰਗਾਸ਼ ਹੋ ਗਿਆ, ਜਿਹੜਾ ਅਗਿਆਨ ਦਾ ਹਨੇਰਾ ਸੀ ਉਹ ਵੀ ਦੂਰ ਹੋ ਗਿਆ ਹੈ। ਅਸੀਂ ਕਹਿੰਦੇ ਫਿਰ ਨਿਰਭਉ ਹੋ ਗਏ ਹਾਂ, ਡਰ ਵੀ ਸਾਰੇ ਚੱਕੇ ਗਏ ਨੇ, ਅਤੇ ਉਸ ਨਾਮ ਦੇ ਪਰਮਾਤਮਾ ਦੇ ਨਾਮ ਨੂੰ ਆਸਰਾ ਬਣਾ ਲਿਆ ਹੈ। ਵੱਡੀ ਵਡਿਆਈ ਅਚਰਜ ਸੋਭਾ, ਉਹਦੀ ਜਿਹੜੀ ਸੋਭਾ ਹੈ, ਉਹਦੀ ਜਿਹੜੀ ਵਡਿਆਈ ਹੈ ਬਹੁਤ ਵੱਡੀ ਹੈ। ਅਤੇ ਕਾਰਜ ਆਇਆ ਰਾਸੇ, ਅਤੇ ਸਾਡੇ ਸਾਰੇ ਜਿਹੜੇ ਕਾਰਜ ਸੀ ਜ਼ਿੰਦਗੀ ਦੇ ਉਹ ਸਾਰੇ ਰਾਸ ਆ ਗਏ ਨੇ। ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਸੱਚੇ ਪਾਤਸ਼ਾਹ ਜੀ ਸਮਾਪਤੀ ਕਰਦਿਆਂ ਅਖੀਰਲੀ ਪੰਕਤੀ ਵਿੱਚ ਕਹਿ ਰਹੇ ਨੇ, ਨਾਨਕ ਕੋ ਗੁਰ ਪੂਰਾ ਭੇਟਿਓ, ਸਾਨੂੰ ਪੂਰਾ ਗੁਰੂ ਮਿਲ ਗਿਆ ਹੈ। ਅਤੇ ਫਿਰ ਕੀ ਹੋਇਆ? ਸਗਲੇ ਦੁੱਖ ਬਿਨਾਸੇ। ਜਦੋਂ ਸਾਨੂੰ ਇਹ ਪੂਰਾ ਗੁਰੂ ਮਿਲ ਗਿਆ, ਅਤੇ ਜਿਹੜੇ ਸਾਡੇ ਪੂਰਾ ਗੁਰੂ ਮਿਲਣ ਦੇ ਨਾਲ ਸਾਰਾ ਜਿਹੜਾ ਡਰ ਵੀ ਚੱਕਿਆ ਗਿਆ, ਅਤੇ ਕਾਰਜ ਵੀ ਰਾਸ ਆ ਗਏ, ਅਤੇ ਸਾਰੇ ਜਿਹੜੇ ਦੁੱਖ ਸੀ, ਸਗਲੇ ਦੁੱਖ ਬਿਨਾਸੇ, ਜਿਹੜੇ ਸਾਰੇ ਦੁੱਖ ਦਲਿੱਦਰ ਸੀ ਉਹ ਭੱਜ ਗਏ। ਅਤੇ ਸਾਨੂੰ ਜਿਹੜੀ ਇਹ ਸਤਿਗੁਰਾਂ ਨੇ ਇਹ ਪ੍ਰੀਤ ਬਖਸ਼ਿਸ਼ ਕੀਤੀ ਹੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਸ਼ਬਦ ਆਪਾਂ ਕਥਾ ਸਰਵਣ ਕੀਤੀ ਹੈ। ਵਿਚਾਰ ਕਰਦੇ ਹਾਂ ਭੁੱਲਾਂ ਗਲਤੀਆਂ ਦੀ ਖਿਮਾ ਦੇਣੀ, ਵਾਹਿਗੁਰੂ ਦੀ ਜਿਹੜੀ ਅਗਾਧ ਬੋਧ ਬਾਣੀ ਹੈ, ਕਿਉਂਕਿ ਆਪਾਂ ਇਹ ਗੱਲ ਰੋਜ਼ ਹੀ ਆਪਾਂ ਕਹਿੰਦੇ ਹਾਂ, ਜਿਹੜੀ ਵਾਹਿਗੁਰੂ ਦੀ ਗੁਰਬਾਣੀ ਹੈ, ਵਾਹਿਗੁਰੂ ਆਪ ਅਗਾਧ ਬੋਧ ਹੈ। ਜਿਵੇਂ ਸਮੁੰਦਰ ਹੈ ਨਾ, ਸਮੁੰਦਰ ਦਾ ਕੋਈ ਅੰਤ ਨਹੀਂ ਪਾ ਸਕਦਾ। ਜਿਵੇਂ ਮੱਛੀ ਉਹਦੇ ਵਿੱਚ ਤਰਦੀ ਹੈ, ਉਹ ਆਨੰਦ ਤਾਂ ਲੈ ਸਕਦੀ ਹੈ, ਪਰ ਉਹਦਾ ਅੰਤ ਨਹੀਂ ਪਾ ਸਕਦੀ। ਆਕਾਸ਼ ਬਹੁਤ ਵੱਡਾ ਹੈ, ਪੰਛੀ ਉੱਡਦੇ ਨੇ, ਉਹ ਆਨੰਦ ਤਾਂ ਲੈ ਸਕਦੇ ਨੇ, ਪਰ ਉਹਦਾ ਅੰਤ ਨਹੀਂ ਪਾ ਸਕਦੇ। ਇਸੇ ਤਰ੍ਹਾਂ ਇਹ ਜਿਹੜੀ ਗੁਰਬਾਣੀ ਹੈ ਨਾ, ਇਹ ਸਮੁੰਦਰ ਹੈ, ਇਹਦਾ ਆਪਾਂ ਅੰਤ ਨਹੀਂ ਪਾ ਸਕਦੇ। ਗੁਰਬਾਣੀ ਦੇ ਜਿਹੜੇ ਅਰਥ ਨੇ, ਇਹ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਜੋ ਅਰਥ ਕਰਤੇ ਉਹੀ ਅਰਥ ਨੇ, ਕਿਉਂਕਿ ਸਮੁੰਦਰ ਰੂਪ ਹੈ, ਅਗਾਧ ਬੋਧ ਹੈ, ਇਹਦਾ ਕੋਈ ਅੰਤ ਨਹੀਂ ਹੈਗਾ। ਜਿੰਨੀ ਪਰਮਾਤਮਾ ਕਿਸੇ ਨੂੰ ਬੁੱਧੀ ਬਖਸ਼ਦਾ ਹੈ ਉਸ ਅਨੁਸਾਰ ਉਹ ਅਰਥ ਕਰਦਾ ਹੈ। ਅਤੇ ਵਿਚਾਰਾਂ ਕਰਦੇ ਹਾਂ ਭੁੱਲਾਂ ਗਲਤੀਆਂ ਦੀ ਖਿਮਾ ਦੇਣੀ, ਅੱਗੇ ਤੋਂ ਸੱਚੇ ਪਾਤਸ਼ਾਹ ਸਮਤ ਬਖਸ਼ਿਸ਼ ਕਰਨੀ। ਆਓ ਹੁਣ ਇੱਥੇ ਸਮਾਪਤੀ ਹੈ, ਆਪਾਂ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ।
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਨਾਨਕ ਕੋ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ, ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੂ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ। ਸਤਿਗੁਰੂ ਮੈਂ ਪਾਇਆ, ਏ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ। ਹਰਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਨਾ। ਅੰਗੀਕਾਰ ਉਹ ਕਰੇ ਤੇਰਾ, ਕਾਰ ਸਭ ਸਵਾਰਨਾ। ਸਭਨਾਂ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾਂ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਝ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਾ ਹੋਂ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੀ, ਕਲਾ ਜਿਤ ਗਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟ ਗੁਮਾਰਿਆ। ਤੁਰ ਕਰਮ ਪਾਇਆ, ਤੁਜਨ ਕੋ ਸੇ ਨਾਮ ਹਰਿ ਕਹਿ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਘਰ ਅਨਹਦ ਬਾਜੀ। ਆਨੰਦ ਸੁਨਹੁ ਬੜ ਭਾਗੀਓ, ਸਗਲ ਮਨੋਹਰਤ ਪੂਰੇ। ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤ ਪਿਤਾ ਹਮ ਬਾਰਕ ਤੇਰੇ, ਭਾਵੇਂ ਸੂਤ ਕਨੇਰੇ। ਕੋਈ ਨਾ ਉੱਚੇ ਸੀ ਤੁਮ ਤੇ ਹੋਈ ਸੁਆਗਿਆਕਾਰ। ਨਹੀਂ ਜਾਣੀ ਨਾਨਕ ਦਾਸ ਸਦਾ ਕੁਰਬਾਨ। ਵਾਹ ਵਾਹ।
ਭਾਣੇ ਸਰਬੱਤ ਦਾ ਭਲਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਵੀ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ, ਪ੍ਰਗਟ ਗੁਰਾਂ ਕੀ ਦੇ ਖੋਜ ਸ਼ਬਦ ਮੇਲੇ, ਆਕੀ ਰਹੇ ਨ ਕੋਏ ਬਚੇ ਸ਼ਰਨ ਜੋ ਹੋਏ, ਚੜੇ ਸ ਉਤਰੇ ਪਾਰ ਵਾਹਿਗੁਰੂ ਪਾਰ ਉਤਾਰਨਹਾਰ, ਕਲਗੀ ਸੋ ਹੈ ਸੀਸ ਗੁਰ ਕਲਗੀ ਤਾਰ ਜਗਦੀਸ਼। ਸਤਿ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਜੀ ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮਦੀ ਉਰੇ ਉਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸਚ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਬਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੂ। ਵਾਹਿਗੁਰੂ ਜੀ ਸਲੋਕ, ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ। ਬਿਸਰੰਤ ਹਰਿ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ। ਬਿਸਰੰਤ ਹਰਿ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ। ਕੌਤਕ ਕੋਡ ਤਮਾਸਿਆ, ਚਿਤਨ ਆਵਸਨਾਓ। ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਉ। ਪੌੜੀ ਮਹ ਭਿਆਨ ਉਦਿਆਨ, ਨਗਰ ਕਰ ਮਾਨਿਆ। ਝੂਠ ਸਮਗਰੀ ਝੂਠ ਸਮਗਰੀ, ਪੇਖ ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ ਫਿਰਹਿ ਦੇਵਾਨਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ